So this is the second part of the video, basic terms in accounting. So मेरे दोस्तों, सब तो पहला ਤਾਂ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਜ਼ਿਆਦਾ ਤੋਂ ਜ਼ਿਆਦਾ ਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ। ਇਹ ਸੈਕੰਡ ਪਾਰਟ ਹੈ ਜੀ ਬੇਸਿਕ ਟਰਮਸ ਇਨ ਅਕਾਊਂਟਿੰਗ ਦੀ ਵੀਡੀਓ ਦਾ। ਪਹਿਲੀ ਵੀਡੀਓ ਵਿੱਚ ਅਸੀਂ ਕੀਤਾ ਸੀਗਾ ਐਸੈਟ ਐਂਡ ਲਾਇਬਿਲਿਟੀਜ਼, ਪੂਰਾ ਥੋਰੋਲੀ ਸਟੱਡੀ ਕੀਤਾ ਸੀਗਾ। ਸੋ ਨੈਕਸਟ ਹੈਗਾ ਸਾਡਾ ਐਂਟੀਟੀ। ਐਂਟੀਟੀ ਦੇਖ ਲਓ ਕੀ ਹੁੰਦੀ ਆ। ਇਹ ਇੱਕ ਇਦਾਂ ਦੀ ਰਿਐਲਿਟੀ ਹੁੰਦੀ ਆ। ਐਂਟੀਟੀ ਮੀਨਸ ਇਹ ਰਿਐਲਿਟੀ ਦੈਟ ਹੈਜ਼ ਏ ਡੈਫੀਨਿਟ ਇੰਡੀਵਿਜੂਅਲ ਐਗਜ਼ਿਸਟੈਂਸ। ਜਿਵੇਂ ਕਿ ਮੇਰੀ ਐਂਟੀਟੀ ਵੱਖਰੀ ਆ, ਅਲੱਗ ਹੈ, ਤੁਹਾਡੀ ਵੱਖਰੀ ਅਲੱਗ ਹੈ, ਤੁਹਾਡੇ ਮਦਰ ਜਾਂ ਫਾਦਰ ਦੀ ਐਂਟੀਟੀ ਅਲੱਗ ਆ। ਇੱਕ ਤੁਸੀਂ ਇੰਡੀਵਿਜੂਅਲ ਐਗਜ਼ਿਸਟੈਂਸ ਆ ਅਲੱਗ-ਅਲੱਗ। ਇਸੇ ਤਰੀਕੇ ਨਾਲ ਬਿਜ਼ਨਸ ਦੀ ਵੀ ਇੰਡੀਵਿਜੂਅਲ ਐਗਜ਼ਿਸਟੈਂਸ ਹੁੰਦੀ ਆ। ਜਿਵੇਂ ਕਿ ਫੋਰ ਐਗਜ਼ਾਮਪਲ ਬਿਗ ਬਾਜ਼ਾਰ ਹੋ ਗਿਆ, ITL ਹੋ ਗਿਆ, ਇੰਟਰਨੈਸ਼ਨਲ ਟਰੈਕਟਰ ਲਿਮਟਿਡ, ਸੋਨਾਲਿਕਾ ਟਰੈਕਟਰਸ ਵਗੈਰਾ ਵੱਖਰੇ ਹੋ ਗਏ। ਜਿਵੇਂ ਕਿ ਫੋਰਡ ਦੀ ਵੱਖਰੀ ਐਂਟੀਟੀ ਆ, ਠੀਕ ਹੈ, ਤੇ ਹਿਊਂਡਾਈ ਦੀ ਵੱਖਰੀ ਆ, ਮਾਈਕਰੋਸਾਫਟ ਦੀ ਵੱਖਰੀ ਆ। ਇਹ ਸਾਰੀਆਂ ਐਂਟੀਟੀਜ਼ ਆ, ਬਿਜ਼ਨਸ ਦੀਆਂ ਐਂਟੀਟੀਜ਼ ਆ, ਠੀਕ ਹੈ ਜੀ। ਨੈਕਸਟ ਹੈਗੀ ਸਾਡੀ ਟ੍ਰਾਂਜੈਕਸ਼ਨ। ਟ੍ਰਾਂਜੈਕਸ਼ਨ ਟਰਮ ਇੱਕ ਇੱਦਾਂ ਦੀ ਹੈ ਜਿਵੇਂ ਕਿ ਐਨ ਈਵੈਂਟ ਇਨਵੋਲਵਿੰਗ ਸਮ ਵੈਲਿਊਜ਼ ਬਿਟਵੀਨ ਟੂ ਔਰ ਮੋਰ ਐਂਟੀਟੀਜ਼। ਹੁਣ ਦੋ ਐਂਟੀਟੀਆਂ, ਦੋ ਇੰਡੀਵਿਜੂਅਲ ਐਂਟੀਟੀਜ਼ ਆ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਪਰਚੇਜ਼ ਆਫ ਗੁੱਡਸ ਹੋਇਆ, ਠੀਕ ਹੈ ਜੀ। ਇੱਕ ਵੱਖਰੀ ਐਂਟੀਟੀ ਹੈ, ਦੂਜੀ ਆ ਇਹਨਾਂ ਦੋਨਾਂ ਦੇ ਵਿੱਚ ਕੋਈ ਨਾ ਕੋਈ ਸੇਲ ਜਾਂ ਪਰਚੇਜ਼ ਹੋਇਆ ਹੈ। ਇਹਨੂੰ ਕੀ ਕਹਿੰਦੇ? ਇਟ ਕੈਨ ਬੀ ਪਰਚੇਜ਼ ਆਫ ਗੁੱਡਸ, ਰਿਸਿਪਟ ਆਫ ਮਨੀ ਜਾਂ ਪੇਮੈਂਟ ਟੂ ਏ ਕ੍ਰੈਡੀਟਰ। ਕੈਸ਼ ਟ੍ਰਾਂਜੈਕਸ਼ਨ ਹੋ ਸਕਦੀ ਹੈ ਜਾਂ ਕ੍ਰੈਡਿਟ ਟ੍ਰਾਂਜੈਕਸ਼ਨ ਹੋ ਸਕਦੀ ਹੈ। ਮਤਲਬ ਅਸੀਂ ਇੱਕ ਚੀਜ਼ ਲੈਂਦੇ ਆ, ਉਹਦੇ ਬਦਲੇ ਪੈਸਾ ਦਿੰਦੇ ਜਾਂ ਕੋਈ ਦੂਜੀ ਚੀਜ਼ ਦਿੰਦੇ ਆ। ਇਹ ਸਾਰੀ ਦੀ ਸਾਰੀ ਟ੍ਰਾਂਜੈਕਸ਼ਨ ਦੀਆਂ ਫਾਰਮਸ ਆ, ਠੀਕ ਹੈ। ਨੈਕਸਟ ਸਾਡੇ ਕੋਲ ਆਉਂਦੀ ਆ ਕੈਪੀਟਲ। ਕੈਪੀਟਲ ਕੀ ਹੁੰਦਾ? ਅਮਾਊਂਟ ਇਨਵੈਸਟਡ ਬਾਈ ਦਾ ਓਨਰ ਇਨ ਦਾ ਫਰਮ। ਇਹ ਕੀ ਹੋ ਸਕਦੀ ਹੈ? ਇਟ ਮਾਈਟ ਬੀ ਕੈਸ਼ ਔਰ ਐਨੀ ਫਾਰਮ ਆਫ ਐਸੈਟ। ਹੁਣ ਦੇਖੋ ਦੋਸਤੋ, ਵੀ ਜਦੋਂ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਨਾ ਹੈ ਜਾਂ ਤੁਸੀਂ ਕੋਈ ਵੀ ਇੱਦਾਂ ਦੀ ਐਸੈਟ ਤੁਸੀਂ ਜਨਰੇਟ ਕਰਨਾ ਸ਼ੁਰੂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਕੈਪੀਟਲ ਲਾਉਣਾ ਪੈਂਦਾ ਉਹਦੇ ਵਿੱਚ, ਠੀਕ ਹੈ ਜੀ। ਕੈਪੀਟਲ ਉਹ ਅਮਾਊਂਟ ਹੁੰਦਾ ਜਦੋਂ ਅਸੀਂ ਬਿਜ਼ਨਸ ਜਾਂ ਕੋਈ ਫਰਮ ਸੈਟਅਪ ਕਰਨ ਦੇ ਲਈ ਲਾਉਣੇ ਆ। ਮਤਲਬ ਅਸੀਂ ਡੈਰੀ ਆਪਾਂ ਲਾਉਣੀ ਆ ਤਾਂ ਉਹ 'ਚ ਅਸੀਂ ਕਿਹੜੀਆਂ ਚੀਜ਼ਾਂ, ਹੁਣ ਪਹਿਲਾਂ ਜ਼ਮੀਨ ਖਰੀਦਾਂਗੇ, ਫਿਰ ਆਪਣੇ ਪਸ਼ੂ ਵਗੈਰਾ ਲਵਾਂਗੇ, ਠੀਕ ਹੈ। ਤਾਂ ਉਹ ਸਾਰੇ ਦੇ ਸਾਰੇ ਕੀ ਹੈ? ਸਾਡਾ ਕੈਪੀਟਲ ਹੈ। ਜੋ ਵੀ ਉਹਦੇ 'ਤੇ ਖਰਚਾ ਹੋਊਗਾ ਉਹ ਸਾਡਾ ਸਾਰਾ ਕੈਪੀਟਲ ਸਾਨੂੰ ਇਨਵੈਸਟ ਕਰਨਾ ਪੈਂਦਾ ਹੈ, ਠੀਕ ਹੈ ਜੀ। ਇਹ ਸਿੰਪਲੈਸਟ ਹੋ ਗਈ ਆ। ਜੇ ਕੋਈ ਵੱਡੀ ਫਰਮ ਅਸੀਂ ਖੜੀ ਕਰਨੀ ਤਾਂ ਉਹਦੇ ਕੈਪੀਟਲ ਅਲੱਗ ਤਰੀਕੇ ਦੇ ਹੋਣਗੇ। ਬਹੁਤ ਬੜੀਆਂ ਜਿਵੇਂ ਰਿਲਾਇੰਸ ਆ ਕੰਪਨੀ, ਉਹਨਾਂ ਦੇ ਕੈਪੀਟਲਸ ਤਾਂ ਬਹੁਤ ਲੱਖਾਂ ਕਰੋੜਾਂ ਦੀ ਫਾਰਮ ਦੇ ਵਿੱਚ ਆ, ਠੀਕ ਹੈ। ਤੇ ਹੁਣ ਦੇਖੋ ਇਹ ਕੀ ਹੋ ਸਕਦਾ? ਜਾਂ ਤਾਂ ਕੈਸ਼ ਦੀ ਫਾਰਮ ਦੇ ਵਿੱਚ ਹੋ ਸਕਦਾ, ਜਾਂ ਤੁਸੀਂ ਕੋਈ ਐਸੈਟ ਹੀ ਲਗਾ ਰਹੇ ਆ ਐਜ਼ ਏ ਕੈਪੀਟਲ, ਠੀਕ ਹੈ। ਤੇ ਇਹ ਜਿਹੜਾ ਕੈਪੀਟਲ ਤੁਹਾਡੇ ਬੈਲੈਂਸ ਸ਼ੀਟ ਦੇ ਵਿੱਚ ਲਾਇਬਿਲਿਟੀ ਵਾਲੀ ਸਾਈਡ ਦੇ ਉੱਤੇ ਦਿਖਾਇਆ ਜਾਣਾ, ਕਿਉਂਕਿ ਇਹ ਪੈਸਾ ਤੁਹਾਡੀ ਲਾਇਬਿਲਿਟੀ ਤੁਸੀਂ ਲਗਾ ਰਹੇ ਆ। ਇਹ ਤੁਹਾਨੂੰ ਵਾਪਸ ਨਹੀਂ ਮਿਲ ਰਿਹਾ ਹੈਗਾ, ਇਹ ਤੁਸੀਂ ਲਗਾ ਰਹੇ ਆ ਹਲੇ ਫਿਲਹਾਲ ਤਾਂ ਘੜੀ ਦੇ ਵਿੱਚ। ਇਸ ਕਰਕੇ ਬੈਲੈਂਸ ਸ਼ੀਟ ਤੇ ਲਾਇਬਿਲਿਟੀ ਸਾਈਡ ਦੇ ਉੱਤੇ ਇਹ ਸ਼ੋ ਹੁੰਦਾ ਹੈ। ਸੋ ਨੈਕਸਟ ਦੇਖ ਲਓ ਸੇਲ। ਸੇਲ ਕਿਹਨੂੰ ਕਹਿੰਦੇ ਆ? Sales are total revenues from goods and services sold or provided to a customer। ਇੱਕ ਕਸਟਮਰ ਨੂੰ ਅਸੀਂ ਜਦੋਂ ਕੋਈ ਚੀਜ਼ ਵੇਚਦੇ ਆ ਜਾਂ ਉਹਨੂੰ ਸਰਵਿਸ ਪ੍ਰੋਵਾਈਡ ਕਰਦੇ ਆ ਤੇ ਉਹਦੇ ਬਦਲੇ ਚਾਰਜਸ ਲੈਂਦੇ ਆ, ਉਹਨੂੰ ਕਹਿੰਦੇ ਆ ਸੇਲਸ। ਹੁਣ ਜਦੋਂ ਕੋਈ ਵੇਟਰ ਸਾਨੂੰ ਸਰਵ ਕਰਦਾ ਹੈ ਤਾਂ ਉਹ ਤੁਹਾਨੂੰ ਰੈਸਟੋਰੈਂਟ ਵਾਲੇ ਸਾਨੂੰ ਸਰਵਿਸ ਚਾਰਜ ਲਾਉਂਦੇ, ਉਹ ਵੀ ਸੇਲ ਹੀ ਆ, ਠੀਕ ਹੈ। ਇਹ ਕੈਸ਼ ਦੀ ਫਾਰਮ ਵਿੱਚ ਵੀ ਹੋ ਸਕਦੀ ਹੈ ਤੇ ਕ੍ਰੈਡਿਟ ਸੇਲਸ ਵੀ ਹੋ ਸਕਦੀਆਂ, ਠੀਕ ਹੈ ਜੀ। ਸੋ ਨੈਕਸਟ ਹੈਗਾ ਸਾਡਾ ਐਕਸਪੈਂਸਸ। ਐਕਸਪੈਂਸਸ ਵੀ ਖਰਚੇ ਹੀ ਹੁੰਦੇ ਆ, ਜਿਵੇਂ ਕਿ ਕਾਸਟ ਇਨਕਿਊਰਡ ਬਾਈ ਏ ਬਿਜ਼ਨਸ ਇਨ ਦਾ ਪ੍ਰੋਸੈਸ ਆਫ ਅਰਨਿੰਗ ਰੈਵਨਿਊ ਆਰ ਨੋਨ ਐਜ਼ ਐਕਸਪੈਂਸਸ। ਇਹ ਉਹ ਵਾਲਾ ਖਰਚਾ ਹੈ, ਉਹ ਵਾਲੀ ਕਾਸਟ ਆ ਜਿਹੜੀ ਅਸੀਂ ਰੈਵਨਿਊ ਜਨਰੇਟ ਕਰਨ ਦੇ ਲਈ ਬਿਜ਼ਨਸ ਦੇ ਵਿੱਚ ਲਾਉਨੇ ਆ, ਪੈਸਾ ਲਾਉਨੇ ਆ। ਇਹ ਕਿਹੜੀ ਹੋ ਸਕਦੀ ਆ? ਜਿਵੇਂ ਕਿ ਵੇਜਸ, ਤਨਖਾਹਾਂ। ਜਿਹੜੇ ਹੁਣ ਸਾਡੇ ਕਰਮਚਾਰੀ ਕੰਮ ਕਰਦੇ ਆ ਉਹਨਾਂ ਨੂੰ ਤਨਖਾਹ ਦੇਣੀ, ਉਹ ਵੀ ਸਾਡੇ ਐਕਸਪੈਂਸਸ ਹੀ ਆ। ਰੈਂਟ, ਕਿਸੇ ਬਿਲਡਿੰਗ ਦੇ ਵਿੱਚ ਅਸੀਂ ਇੰਸਟੀਚਿਊਟ ਜਿਹੜਾ ਸਾਡਾ ਆ ਉਹ ਇਸਟੈਬਲਿਸ਼ ਕੀਤਾ ਹੋਇਆ, ਉਸ ਜਗ੍ਹਾ ਦਾ ਅਸੀਂ ਰੈਂਟ ਦਿੰਦੇ ਆ, ਉਹ ਸਾਡਾ ਐਕਸਪੈਂਸਸ ਆ, ਠੀਕ ਹੈ। ਤੇ ਉਸ ਜਗ੍ਹਾ ਤੋਂ ਜੋ ਸਟੂਡੈਂਟ ਆਉਂਦੇ ਆ ਉਹ ਸਾਡਾ ਰੈਵਨਿਊ ਆ, ਕਿਉਂਕਿ ਉਹ ਸਾਨੂੰ ਫੀਸ ਦਿੰਦੇ ਆ, ਅਸੀਂ ਉਹਨਾਂ ਨੂੰ ਪੜ੍ਹਾਈ ਦਿੰਦੇ ਆ, ਉਹ ਸਾਡਾ ਰੈਵਨਿਊ ਆ। ਸੇਲਸ ਹੋ ਗਏ, ਜਿਵੇਂ ਕਿ ਹੁਣ ਪਹਿਲਾਂ ਮੈਂ ਵੇਟਰ ਵਾਲੀ ਐਗਜ਼ਾਮਪਲ ਦਿੱਤੀ ਸੀ, ਜਾਂ ਤੁਸੀਂ ਕੋਈ ਚੀਜ਼ ਲੈਂਦੇ ਆ ਤੇ ਉਹਦੇ ਬਦਲੇ ਵੀ ਉਹ ਵੀ ਸੇਲਸ ਹੋ ਗਈ, ਠੀਕ ਹੈ। ਤੇ ਇੰਟਰਸਟ ਹੋ ਗਿਆ, ਕਾਸਟ ਆਫ ਹੀਟਰ ਹੋ ਗਿਆ, ਹੀਟਰ ਜਾਂ ਕੂਲਿੰਗ ਹੋ ਗਿਆ, ਜੋ ਵੀ ਆ। ਜਿਵੇਂ ਤੁਸੀਂ ਬਿਲਡਿੰਗ ਨੂੰ ਠੰਡਾ ਜਾਂ ਗਰਮ ਵੀ ਰੱਖਣਾ ਹੈ ਉਹ ਵੀ ਹੋ ਗਿਆ ਵਿੱਚ। ਲਾਈਟ ਐਂਡ ਵਾਟਰ ਦੇ ਬਿੱਲ ਹੋ ਗਏ, ਟੈਲੀਫੋਨ ਦਾ ਬਿੱਲ ਹੋ ਗਿਆ। ਇਹ ਸਾਰੇ ਦੇ ਸਾਰੇ ਕੀ ਆ? ਐਕਸਪੈਂਸਸ ਵਿੱਚ ਆਉਂਦੇ ਆ, ਠੀਕ ਹੈ ਜੀ।
सो मेरे दोस्तों ये बिजनेस साडा विजडम एजुकेशन पॉइंट चैनल जिहड़ा आ इहनूं सबसक्राइब जरूर कर दिओ। जिन्हां ने नहीं कीता ते जिन्हां ने कीता है उन्हां दा बहुत थैंक यू। ते लाइक ते शेयर भी करते रहो नाल दी नाल। कमेंट करके दस्सिओ भी अकाउंट दियां जां तुहानूं +1 +2 दियां किहड़े टॉपिक दे उत्ते तुहानूं दिक्कत आउंदी है। ठीक है जी। ते अगे हो गया साडा रेवेन्यू। रेवेन्यू की हुंदा अमाउंट ऑफ द बिजनेस अर्नड बाय सेलिंग इन इट्स प्रोडक्ट और प्रोवाइडिंग सर्विसेज टू ए कस्टमर कॉल्ड सेल रेवेन्यू। हुण रेवेन्यू वो चीज़ आ जिहड़ी असी अपनी कोई गुड्स जां प्रोडक्ट सेल करके सानूं मिलदी है। ठीक है जी। हुण जिवें पंजाब दे विच सब तो वड्डा रेवेन्यू शराब दा है। शराब बेच के जो पैसे आउंदे आ वो रेवेन्यू आ पंजाब दा, पंजाब गौरमेंट दा। इदां हुण इदां ही असीं कोई बिजनेस ला लईए, कोई बिजनेस कोई चीज़ सैल करदा, बेचदा है, अपना प्रोडक्ट दिंदा है, ਉਹਦੇ बदले जो भी ਉਹਨੂੰ हासिल ਹੁੰਦਾ ਉਹਦਾ रेवेन्यू ਆ। सेल ਦੇ ਜਦੋਂ ਸੈੱਲ ਕਰਦਾ ਤੇ रेवेन्यू ਉਹਨੂੰ हासिल ਹੁੰਦਾ। ਜਿਵੇਂ ਕਿ ਹੋ ਗਿਆ ਕਮਿਸ਼ਨ ਹੋ ਗਿਆ। ਕਮਿਸ਼ਨ ਵੀ ਇੱਕ ਫਾਰਮ ਆਫ रेवेन्यू ਆ। इंटरस्ट साडियां एफडियां ਦੇ ਉੱਤੇ, ਸਾਡੇ ਫਿਕਸ ਡਿਪੋਜ਼ਿਟ ਦੇ ਉੱਤੇ ਸਾਨੂੰ ਇੰਟਰਸਟ ਮਿਲਦਾ ਆ, ਉਹ ਵੀ ਸਾਡਾ रेवेन्यू। डिविडेंट ਹੁਣ ਜਿਹੜੇ ਬੰਦੇ ਸ਼ੇਅਰ ਲੈਂਦੇ ਆ, ਅਗਰ ਤੁਹਾਡੇ ਟੀਚਰ ਵਗੈਰਾ ਜੋ ਵੀ ਤੁਹਾਡੇ ਅਕਾਊਂਟ ਦੇ ਟੀਚਰ ਆ ਉਹ ਸ਼ੇਅਰ ਲੈਂਦੇ ਆ, ਜਾਂ ਤੁਹਾਡਾ ਕੋਈ ਵੀ ਮੈਂਟੋਰ ਆ ਉਹ ਸ਼ੇਅਰ ਲੈਂਦਾ, ਉਹਨੂੰ ਪਤਾ ਹੋਣਾ ਚਾਹੀਦਾ ਵੀ ਡਿਵੀਡੈਂਟ ਕੀ ਹੁੰਦੇ ਆ। ਸਾਲ ਵਿੱਚ ਇੱਕ ਵਾਰੀ ਸਾਨੂੰ ਕੰਪਨੀ ਡਿਵੀਡੈਂਟ ਦਿੰਦੀ ਆ, ਜਾਂ ਤਾਂ ਇਨ ਦਾ ਫਾਰਮ ਆਫ ਸ਼ੇਅਰ ਦਿੰਦੀ ਆ ਜਾਂ ਪੈਸੇ ਦਿੰਦੀ ਆ। ठीक है, वो सारे डिविडेंट्स होंगे। तो अगर थोड़े टीचर को डिविडेंट का नहीं पता, ये नहीं पता भी शेयर किद्दां लैने, बिटकॉइनस किद्दां लैने, इसका मतलब उन्होंने अकाउंट का पता ही नहीं है। सो नैक्सट है साडियां रॉयल्टीज़। रॉयल्टी की होंगी है, जिमें किसी गाने की रॉयल्टी हो गई। सब तो मैं सिंपलेस्ट फॉर्म दसदा, किसी ने गाना बनाया, उन्हें कॉपीराइट कर लै लिया, तो हुण जदों वो गाना जिन्नी बारी भी किसी फिल्म विच जां किते होर भी ब्याह वगैरह की फिल्म च यूज़ होना, तो उस गीतकार नूं जिहदे कोल उहदी कॉपीराइट है उन्होंने रॉयल्टी मिल जानी, पैसे मिल जाने उन्होंने। ये रॉयल्टी है, सिंपल फॉर्म च रॉयल्टी मैं तुहानूं दसती। अगला है रेंट रिसीवड। हुण असीं कोई बिल्डिंग बना के उहदा रेंट कर दिंदे आ, उहदे विच शोरूम बन जाते, तो रेंटल साडा रेंट का रेवेन्यू हो गया। ठीक है, ये हुंदी है साडा रेवेन्यू इज़ आल्सो कॉल्ड इनकम। साडी इनकम दी ही फॉर्म है रेवेन्यू जिहड़ा है। ठीक है जी। सो नैक्सट देखो, नैक्सट हैगी साडी एक्सपेंडिचर। पहला असीं एक्सपेंसिस पढ़िया सी, हुण एक्सपेंडिचर है। एक्सपेंडिचर भी एक किस्म का खर्चा ही हुंदा, जिवें कि स्पेंडिंग मनी और इनक्योरिंग ए लाइबिलिटी फॉर सम बेनीफिट्स। ਜਦੋਂ ਅਸੀਂ ਆਪਣੇ ਬਿਜ਼ਨਸ ਦੇ ਬੈਨੀਫਿਟ ਦੇ ਲਈ ਕੋਈ ਲਾਇਬਿਲਿਟੀ ਖਰੀਦਦੇ ਆ, ਕੋਈ ਖਰਚਾ ਜੇ ਕਿਸੇ ਚੀਜ਼ ਦੇ ਉੱਤੇ ਕਰਦੇ ਆ, ਤਾਂ ਉਹਨੂੰ ਐਕਸਪੈਂਡੀਚਰ ਕਹਿੰਦੇ ਆ। ਸਰਵਿਸ ਔਰ प्रॉपर्टी रिसीव्ड इज कॉल्ड एक्सपेंडिचर। कुछ भी आप बिजनेस के बेनीफिट लिए, अपने बिजनेस के बेनीफिट लिए कोई भी चीज़ लैने वो खर्चा करते हैं, उन्होंने एक्सपेंडिचर कहने हैं। जिदा कि परचेज ऑफ मशीनरी, अगर थोड़ा बिल्डिंग कंस्ट्रक्शन का काम है या कोई भी इदा का काम है जिस थोड़ा मशीनरी परचेज करनी पैंदी है, वो की है थोड़ा एक्सपेंडिचर आ, क्योंकि उत्ते थोड़े पैसे लग रहे हैं। फर्नीचर, हुण अगर थोड़ा कोई ऑफिस है तो थोड़ा फर्नीचर लेना पैना, वो भी थोड़ा एक्सपेंडिचर आ। ठीक है जी। नैक्सट थोड़े हैगे आ प्रॉफिट। ਹੁਣ देखो बुक्स ਦੇ ਵਿੱਚ ਤਾਂ ਬਹੁਤ ਲੰਬੀ ਚੌੜੀ ਡੈਫੀਨੇਸ਼ਨ ਹੈ, ਤੁਸੀਂ ਪੜ੍ਹ ਸਕਦੇ ਆ, ਇਹਦੇ ਵਿੱਚ ਜ਼ੂਮ ਕਰਕੇ ਤੁਸੀਂ ਇੱਥੇ ਰੋਕ ਕੇ ਪੜ੍ਹ ਸਕਦੇ ਆ ਵੀ ਇਹ ਕੀ ਲਿਖਿਆ ਹੋਇਆ ਸਾਰਾ ਕੁਝ, ਇਹਦੀ ਡੈਫੀਨੇਸ਼ਨ। ਬਟ ਸਿੰਪਲ ਤੋਂ ਸਿੰਪਲ ਮੈਂ ਤੁਹਾਨੂੰ ਡੈਫੀਨੇਸ਼ਨ ਦੱਸਦਾ। ਇਨਕਮ ਮਾਈਨਸ ਐਕਸਪੈਂਡੀਚਰ ਇਜ਼ ਇਕੁਅਲ ਟੂ ਪ੍ਰੋਫਿਟ। ਅਗਰ ਤੁਹਾਡੀ ਇਨਕਮ 100 ਆ, ਐਕਸਪੈਂਡੀਚਰ ਜਾਨੀ ਕਿ ਤੁਹਾਡਾ ਖਰਚਾ ਹੋਇਆ, ਇਸ ਇਨਕਮ ਨੂੰ ਕਮਾਉਣ ਲਈ ਤੁਹਾਡਾ ਖਰਚਾ 80 ਰੁਪਏ ਹੋਇਆ, ਦੋਨਾਂ ਨੂੰ ਮਾਈਨਸ ਕਰ ਲਓ, ਤੁਹਾਡਾ ਪ੍ਰੋਫਿਟ ਆ ਜਾਣਾ। ਠੀਕ ਹੈ ਜੀ। द एक्सैस ऑफ रेवेन्यू, एक्सैस ऑफ रेवेन्यू यानी कि इनकम जी एक्सैस इनकम है, यानी कि ज़्यादा इनकम ऑफ ए पीरियड ओवर इट्स रिलेटेड एक्सपेंसिस ड्यूरिंग एन अकाउंटिंग ईयर इज प्रॉफिट। एक साल के अंदर अंदर जो थोनों इनकम का वाधा होया ना, उन्होंने असीं की कहने आ, उन्होंने असीं कहने हैगे आ प्रॉफिट। लॉस की हुंदा है, अगर थोड़ा इनकम थोड़ी 100 आ तो थोड़ा खर्चा हो गया 120, तो बाकी का जो भी बचा थोड़ा -20 एक ही लॉस होया। ठीक है जी। ये थोड़े हुण पल्लियों पैसे गए आ, इनू कहते लॉस। अगला जल्दी देख लेने पे गेन की हुंदा है। ए प्रॉफिट दैट अराइजेस फ्रॉम इवेंट्स और ट्रांजैक्शंस विच आर इंसीडेंटल टू बिजनेस सच एज सेल्स ऑफ फिक्सड एसेट्स, विनिंग ए कोर्ट केस। जदों हुण असीं कोई भी प्रॉपर्टी लई आ, ਉਹਦੇ एकदम ਉਹਦੇ ਇੱਕੋ ਦਮ ਇੱਕੋ ਇੰਸੀਡੈਂਟਲੀ ਉਹਦਾ ਕੀ ਹੋ ਗਿਆ, ਰੇਟ ਵੱਧ ਗਿਆ ਸੀ, ਉਹਨੂੰ ਵੇਚ ਦਿੱਤਾ, ਤਾਂ ਉਹ ਸਾਡਾ ਗੇਨ ਹੋਇਆ, ਰੈਵਨਿਊ ਦੇ ਉੱਤੇ ਵੀ ਗੇਨ ਹੋ ਗਿਆ। ਜਾਂ ਕੋਈ ਕੋਰਟ ਕੇਸ ਵਿਨ ਹੋਇਆ ਤੇ ਉਹਦੇ ਵਿੱਚ ਸਾਨੂੰ ਕੀ ਆ, ਮੌਰਟਗੇਜ ਮਿਲੀ ਆ, ਅਚਲ ਸੰਪत्ति ਮਿਲੀ ਆ, ਜਾਂ ਤੁਹਾਨੂੰ ਪੈਸੇ ਮਿਲ ਗਏ, ਉਹ ਵੀ ਤੁਹਾਡੇ ਕੀ ਆ, ਗੇਨ ਆ। ਇਹ ਹੈਗੀਆਂ ਫਾਰਮ ਆਫ ਗੇਨਸ। ਸੋ ਦੋਸਤੋ ਸਾਡਾ ਚੈਨਲ ਜ਼ਰੂਰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਨੂੰ ਵੀ ਦੱਸੋ ਤਾਂ ਕਿ ਤੁਹਾਨੂੰ ਹੋਰ ਵੀਡੀਓਜ਼ ਪਾ ਸਕੀਏ। ਥੈਂਕ ਯੂ।